ਸਟਾਰਟ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਸਾਲ 2021-22 ਲਈ ਪੇਸ਼ ਕੀਤੇ ਗਏ ਬਜਟ ਵਿੱਚ ਜਿਸ ਤਰ੍ਹਾਂ ਸਹੂਲਤਾਂ, ਰਾਹਤਾਂ ਅਤੇ ਐਲਾਨਾਂ ਦਾ ਪਿਟਾਰਾ ਖੋਲ੍ਹਿਆ ਗਿਆ ਹੈ, ਉਸ ਨਾਲ ਬਜਟ 'ਤੇ ਅਗਲੇ 2 ਸਾਲਾਂ ਵਿੱਚ ਹੋਣ ਵਾਲੀਆਂ ਚੋਣਾਂ ਅਤੇ ਭਾਜਪਾ ਦੇ ਮਿਸ਼ਨ ਰਿਪੀਟ ਦੀ ਛਾਪ ਜ਼ਰੂਰ ਵੇਖੀ ਜਾ ਸਕਦੀ ਹੈ। ਡੰਡੀ ਉਂਝ ਵੀ ਸੂਬੇ ਵਿੱਚ ਭਾਜਪਾ ਅਤੇ ਖਾਸ ਤੌਰ 'ਤੇ ਮੁੱਖ ਮੰਤਰੀ ਜੈਰਾਮ ਠਾਕੁਰ ਵੱਲੋਂ ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਦੇ ਦਾਅਵਿਆਂ ਅਤੇ ਵਾਅਦਿਆਂ ਦੇ ਐਲਾਨ ਕੀਤੇ ਜਾ ਰਹੇ ਸਨ, ਉਹਨਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਸੰਪੂਰਨ ਕਵਾਇਦ ਸੂਬੇ ਦੀ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾ ਰਹੀ ਹੈ। ਡੰਡੀ ਵਿਕਾਸ ਯੋਜਨਾਵਾਂ ਦੇ ਐਲਾਨਾਂ ਦਾ ਜਿਵੇਂ ਹੜ੍ਹ ਆ ਗਿਆ ਹੈ, ਕਈ ਨਵੀਆਂ ਯੋਜਨਾਵਾਂ ਦੇ ਦਾਅਵੇ ਅਤੇ ਵਾਅਦੇ ਵੀ ਕੀਤੇ ਜਾ ਰਹੇ ਸਨ। ਡੰਡੀ ਹਿਮਾਚਲ ਪ੍ਰਦੇਸ਼ ਦੇਸ਼ ਦਾ ਇੱਕ ਅਜਿਹਾ ਰਾਜ ਹੈ ਜਿੱਥੋਂ ਦੀ ਜਨਤਾ ਹੁਣ ਤੱਕ ਹਰੇਕ ਚੋਣ ਵਿੱਚ ਬਦਲਾਅ ਦਾ ਸਮਰਥਨ ਕਰਦੀ ਨਜ਼ਰ ਆਈ ਹੈ। ਡੰਡੀ ਪਰ ਹੁਣ ਸੂਬੇ ਦੀ ਵਿਧਾਨ ਸਭਾ ਵਿੱਚ ਆਗਾਮੀ ਸਾਲ ਲਈ ਪੇਸ਼ ਕੀਤੇ ਗਏ ਬਜਟ ਵਿੱਚ ਜਿਸ ਤਰ੍ਹਾਂ ਦੀਆਂ ਸਹੂਲਤਾਂ ਦਾ ਐਲਾਨ ਕੀਤਾ ਗਿਆ ਹੈ, ਉਸ ਨਾਲ ਇਹਨਾਂ ਸੰਭਾਵਨਾਵਾਂ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਹਿਮਾਚਲ ਪ੍ਰਦੇਸ਼ ਦੀ ਮੌਜੂਦਾ ਭਾਜਪਾ ਸਰਕਾਰ ਮਿਸ਼ਨ ਰਿਪੀਟ ਦੀ ਯੋਜਨਾ ਨੂੰ ਧਿਆਨ 'ਚ ਰੱਖ ਕੇ ਹੀ ਅੱਗੇ ਵੱਧਦੀ ਰਹੀ ਹੈ। ਡੰਡੀ ਪਹਿਰਾ 50,192 ਕਰੋੜ ਰੁਪਏ ਦਾ ਟੈਕਸ ਮੁਫਤ ਬਜਟ ਪੇਸ਼ ਕਰਦਿਆਂ ਮੁੱਖ ਮੰਤਰੀ ਜੈਰਾਮ ਠਾਕੁਰ ਵੱਲੋਂ ਕੀਤੇ ਗਏ ਐਲਾਨਾਂ ਵਿੱਚ ਸਭ ਤੋਂ ਵਧੇਰੇ ਪ੍ਰਮੁੱਖ ਸਰਕਾਰੀ ਨੌਕਰੀਆਂ ਅਤੇ ਰੁਜ਼ਗਾਰ ਦੇ ਭਰੋਸੇ ਦਾ ਐਲਾਨ ਰਿਹਾ। ਡੰਡੀ ਇਸ ਨਾਲ ਸੂਬੇ ਦੇ ਨੌਜਵਾਨ ਵਰਗ ਨੂੰ ਆਸ ਦੀ ਕਿਰਨ ਦਿਖਾਈ ਦੇਵੇਗੀ। ਡੰਡੀ ਬਜਟ ਅਨੁਸਾਰ ਸਰਕਾਰ ਇਸ ਦੌਰਾਨ ਜਿੱਥੇ 30,000 ਨੌਜਵਾਨਾਂ ਨੂੰ ਨੌਕਰੀ ਦੇਵੇਗੀ, ਉੱਥੇ ਰੁਜ਼ਗਾਰ ਮੇਲਿਆਂ ਰਾਹੀਂ ਹਜ਼ਾਰਾਂ ਲੋਕਾਂ ਨੂੰ ਉਦਯੋਗਾਂ ਵਿੱਚ ਰੁਜ਼ਗਾਰ ਮੁਹੱਈਆ ਕਰਵਾਏਗੀ। ਡੰਡੀ ਜਿਨ੍ਹਾਂ ਵਿਭਾਗਾਂ ਵਿੱਚ ਨਵੇਂ ਮੌਕੇ ਪੈਦਾ ਹੋਣਗੇ, ਉਹਨਾਂ ਵਿੱਚ ਸਿਹਤ, ਸਿੱਖਿਆ, ਲੋਕ ਨਿਰਮਾਣ, ਜਲ ਸ਼ਕਤੀ ਵਿਭਾਗ, ਬਿਜਲੀ ਬੋਰਡ ਆਦਿ ਸ਼ਾਮਲ ਹਨ। ਡੰਡੀ ਜਿਨ੍ਹਾਂ ਵਿਭਾਗਾਂ ਨੇ ਪਹਿਲਾਂ ਤੋਂ ਹੀ ਅਸਾਮੀਆਂ ਖਾਲੀ ਹੋਣ ਦਾ ਐਲਾਨ ਕੀਤਾ ਹੈ, ਉਹਨਾਂ ਨੂੰ ਭਰਨ ਦਾ ਮੌਕਾ ਦਿੱਤਾ ਜਾਵੇਗਾ। ਡੰਡੀ ਇਹਨਾਂ ਵਿੱਚ ਪੁਲਿਸ, ਮੈਡੀਕਲ ਅਤੇ ਸਥਾਨਕ ਅਦਾਰੇ ਵੀ ਸ਼ਾਮਲ ਹਨ। ਡੰਡੀ ਦੇਸ਼ ਵਿੱਚ ਅੱਜ ਬੇਰੁਜ਼ਗਾਰੀ ਇੱਕ ਬੇਹੱਦ ਗੰਭੀਰ ਸਮੱਸਿਆ ਬਣ ਕੇ ਉੱਭਰੀ ਹੈ, ਜਿਸ ਨੂੰ ਕਰੋਨਾ ਮਹਾਂਮਾਰੀ ਨੇ ਹੋਰ ਵਿਕਰਾਲ ਕਰ ਦਿੱਤਾ ਹੈ। ਡੰਡੀ ਮੁੱਖ ਮੰਤਰੀ ਨੇ ਸਰਕਾਰੀ ਨੌਕਰੀਆਂ ਅਤੇ ਰੁਜ਼ਗਾਰ ਦਾ ਭਰੋਸਾ ਦੇ ਕੇ ਨੌਜਵਾਨਾਂ ਦੀ ਨਬਜ਼ 'ਤੇ ਹੱਥ ਰੱਖ ਲਿਆ ਹੈ। ਡੰਡੀ ਬਜਟ ਵਿੱਚ ਜਿੱਥੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਤਨਖਾਹਾਂ ਅਤੇ ਮਾਣ ਭੱਤੇ ਬਹਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਡੰਡੀ ਸਟਾਰਟ। ਉੱਥੇ ਘੱਟੋ ਘੱਟ ਦਿਹਾੜੀ ਨੂੰ 300 ਰੁਪਏ ਤੱਕ ਵਧਾ ਕੇ ਕਿਰਤੀ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਡੰਡੀ ਆਂਗਣਵਾੜੀ
ਵਰਕਰਾਂ ਦੇ ਮਾਣ ਭੱਤੇ ਵਿੱਚ 300 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਡੰਡੀ ਅਨੁਸੂਚਿਤ ਜਾਤੀ ਜਨਜਾਤੀ ਹੋਰ ਪਛੜੇ ਵਰਗਾਂ ਦੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ 'ਤੇ ਦਿੱਤੀ ਜਾਂਦੀ ਰਾਸ਼ੀ ਨੂੰ 31,000 ਰੁਪਏ ਤੱਕ ਵਧਾ ਕੇ ਮੁੱਖ ਮੰਤਰੀ ਨੇ ਸੂਬੇ ਦੇ ਇੱਕ ਵੱਡੇ ਵਰਗ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਡੰਡੀ ਬਜਟ ਵਿੱਚ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਸੋਧੀਆਂ ਦਰਾਂ 'ਤੇ ਪੈਸੇ ਦਿੱਤੇ ਜਾਣ ਦਾ ਮੌਕਾ ਵੀ ਸੋਨੇ 'ਤੇ ਸੁਹਾਗੇ ਵਰਗਾ ਕੰਮ ਹੈ। ਡੰਡੀ ਸੇਵਾ ਮੁਕਤ ਕਰਮਚਾਰੀਆਂ ਲਈ ਡਾਕਟਰੀ ਬਿੱਲਾਂ ਦੇ ਭੁਗਤਾਨ ਲਈ ਰੱਖੇ ਹਿੱਸੇ ਵਿੱਚੋਂ 100 ਕਰੋੜ ਰੁਪਏ ਦੇ ਵਾਧੇ ਨਾਲ ਬਜ਼ੁਰਗਾਂ ਨੂੰ ਖੁਸ਼ੀ ਮਿਲੇਗੀ। ਡੰਡੀ ਚੌਥੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਜੂਨੀਅਰ ਆਫੀਸਰ ਸਹਾਇਕ ਅਹੁਦੇ 'ਤੇ ਤਰੱਕੀ ਦਾ ਮੌਕਾ ਦੇਣਾ ਵੀ ਮੁੱਖ ਮੰਤਰੀ ਦੀ ਸੂਝ-ਬੂਝ ਨੂੰ ਦਰਸਾਉਂਦਾ ਹੈ। ਡੰਡੀ ਸਵਰਨ ਜਯੰਤੀ ਆਸ਼ਰਮ ਯੋਜਨਾ ਵੀ ਜੈ ਰਾਮ ਠਾਕੁਰ ਵੱਲੋਂ ਸੂਬੇ ਵਿੱਚ ਸਾਰਿਆਂ ਨੂੰ ਰਿਹਾਇਸ਼ ਦੇਣ ਦੀ ਯੋਜਨਾ ਦਾ ਹੀ ਇੱਕ ਹਿੱਸਾ ਜਾਪਦੀ ਹੈ। ਡੰਡੀ ਇਸ ਐਲਾਨ ਨਾਲ ਹਜ਼ਾਰਾਂ ਲੋਕਾਂ ਨੂੰ ਰਿਹਾਇਸ਼ ਦੀ ਸਹੂਲਤ ਮਿਲੇਗੀ। ਡੰਡੀ ਪਿਛਲੇ ਵਿੱਤੀ ਸਾਲ ਦੇ ਬਜਟ ਦੀ ਤੁਲਨਾ ਵਿੱਚ ਮੌਜੂਦਾ ਬਜਟ 'ਤੇ ਕਰੋਨਾ ਮਹਾਂਮਾਰੀ ਦਾ ਪ੍ਰਭਾਵ ਵੀ ਜ਼ਰੂਰ ਦਿਖਾਈ ਦਿੰਦਾ ਹੈ। ਡੰਡੀ ਮੁੱਖ ਮੰਤਰੀ ਨੇ ਵੀ ਖੁਦ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਪਿਛਲੇ ਸਾਲ ਕਰੋਨਾ ਮਹਾਂਮਾਰੀ ਕਾਰਨ ਸੂਬੇ ਦੇ ਵਿੱਤੀ ਸੋਮੇ ਕਾਫੀ ਪ੍ਰਭਾਵਿਤ ਹੋਏ ਹਨ। ਇਸੇ ਕਾਰਨ ਬਜਟ ਦੀ ਰਕਮ ਵਿੱਚ ਸਿਰਫ 2.16% ਦਾ ਵਾਧਾ ਕੀਤਾ ਗਿਆ ਹੈ। ਡੰਡੀ ਪੇਸ਼ ਬਜਟ ਵਿੱਚ ਕੁੱਲ ਮਾਲੀਆ ਪ੍ਰਾਪਤੀਆਂ 37.028 ਕਰੋੜ ਰੁਪਏ ਦਰਜ ਕੀਤੀਆਂ ਗਈਆਂ ਹਨ, ਜਦੋਂ ਕਿ ਮਾਲੀਏ ਦਾ ਖਰਚਾ 38,491 ਕਰੋੜ ਰੁਪਏ ਦਾ ਅਨੁਮਾਨਿਤ ਕੀਤਾ ਗਿਆ ਹੈ। ਡੰਡੀ ਇਸ ਤਰ੍ਹਾਂ ਬਜਟ ਵਿੱਚ ਕੁੱਲ ਮਾਲੀਆ ਘਾਟਾ 1463 ਕਰੋੜ ਰੁਪਏ, ਜਦੋਂ ਕਿ ਖਜ਼ਾਨੇ ਦਾ ਘਾਟਾ 7799 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਡੰਡੀ ਖਜ਼ਾਨੇ ਦਾ ਘਾਟਾ ਸੂਬੇ ਦੇ ਕੁੱਲ ਘਰੇਲੂ ਉਤਪਾਦ ਦਾ ਸਿਰਫ 4.52% ਬਣਦਾ ਹੈ। ਡੰਡੀ ਮਹਿਲਾ ਸਸ਼ਕਤੀਕਰਨ ਤਹਿਤ ਸਵਰਨ ਜਯੰਤੀ ਨਾਰੀ ਸੰਭਾਲ ਯੋਜਨਾ ਵਿੱਚ ਪੈਨਸ਼ਨ ਲਾਗੂ ਕਰਨਾ ਅਤੇ ਸਮਾਜਿਕ ਸੁਰੱਖਿਆ ਪੈਨਸ਼ਨ ਦੇ ਐਲਾਨ ਵੀ ਬਜਟ ਵਿੱਚ ਕੀਤੇ ਗਏ ਹਨ। ਡੰਡੀ ਦੇਸ਼ ਦੀ ਮੌਜੂਦਾ ਸਥਿਤੀ ਅਤੇ ਸੂਬੇ ਵਿੱਚ ਪਿਛਲੇ ਸਾਲ ਦੇ ਕਰੋਨਾ ਕਾਲ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਮੁੱਖ ਮੰਤਰੀ ਜੈ ਰਾਮ ਠਾਕੁਰ ਵੱਲੋਂ ਪੇਸ਼ ਕੀਤਾ ਗਿਆ ਟੈਕਸ ਮੁਫਤ ਪਰ ਰਾਹਤ ਭਰੇ ਐਲਾਨਾਂ ਨਾਲ ਭਰਪੂਰ ਬਜਟ ਸੰਤੁਲਿਤ ਪ੍ਰਤੀਤ ਹੁੰਦਾ ਹੈ। ਡੰਡੀ ਹਾਲਾਂਕਿ ਬਜਟ ਨਾਲ ਕੋਈ ਅਜਿਹਾ ਸੰਕੇਤ ਉੱਭਰਦਾ ਮਹਿਸੂਸ ਨਹੀਂ ਹੋਇਆ ਜਿਸ ਨਾਲ ਪੈਟਰੋਲ ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਵੱਧ ਰਹੀ ਮਹਿੰਗਾਈ 'ਤੇ ਕੋਈ ਰੋਕ ਲੱਗ ਸਕੇ। ਡੰਡੀ ਕਰਮਚਾਰੀਆਂ ਲਈ ਤਨਖਾਹਾਂ ਵਿੱਚ ਵਾਧੇ ਅਤੇ ਹੋਰ ਸਹੂਲਤਾਂ ਨਾ ਮਿਲਣਾ ਵੀ ਅਸੰਤੋਖ ਹੀ ਪੈਦਾ ਕਰਦਾ ਹੈ। ਡੰਡੀ ਹਿਮਾਚਲ ਪ੍ਰਦੇਸ਼ ਦੇ ਕਰਮਚਾਰੀਆਂ ਦੀ ਇੱਕ ਅੱਖ ਹਮੇਸ਼ਾ ਗੁਆਂਢੀ
ਰਾਜ ਪੰਜਾਬ ਦੇ ਬਜਟ 'ਤੇ ਰਹਿੰਦੀ ਹੈ, ਕਿਉਂਕਿ ਉਹਨਾਂ ਦੀਆਂ ਤਨਖਾਹਾਂ ਸੰਬੰਧੀ ਭੱਤਿਆਂ ਦੀਆਂ ਅਨੇਕ ਸਮਾਨਤਾਵਾਂ ਪੰਜਾਬ ਦੇ ਕਰਮਚਾਰੀਆਂ ਨਾਲ ਜੁੜਦੀਆਂ ਹਨ। ਡੰਡੀ ਕੁੱਲ ਮਿਲਾ ਕੇ ਹਿਮਾਚਲ ਪ੍ਰਦੇਸ਼ ਦਾ ਸਾਲ 2021-22 ਦਾ ਬਜਟ ਅਜਿਹਾ ਜਾਪਦਾ ਹੈ ਜਿਸ ਨੂੰ ਕਿਸੇ ਹੱਦ ਤੱਕ ਆਦਰਸ਼ ਕਿਹਾ ਜਾ ਸਕਦਾ ਹੈ। ਡੰਡੀ ਸਟਾਰਟ। ਧਰਤੀ ਉੱਤੇ ਜੀਵਨ ਕਦੇ ਵੀ ਇੰਨਾ ਖੁਸ਼ਗਵਾਰ ਅਤੇ ਜਿਉਣ ਯੋਗ ਨਾ ਹੁੰਦਾ ਜੇਕਰ ਔਰਤ ਇਸ ਕਾਇਨਾਤ ਦਾ ਹਿੱਸਾ ਨਾ ਹੁੰਦੀ। ਡੰਡੀ ਅਸਲ ਅਰਥਾਂ ਵਿੱਚ ਔਰਤ ਮਨੁੱਖ ਦੇ ਸਮਾਜਿਕ ਜੀਵਨ ਦੀ ਧਰੋਹਰ ਹੈ। ਡੰਡੀ ਬਹੁਤ ਮੁਸ਼ਕਲ ਸਥਿਤੀਆਂ ਵਿੱਚੋਂ ਗੁਜ਼ਰਨ ਦੇ ਬਾਵਜੂਦ ਔਰਤਾਂ ਨੇ ਆਪਣੀ ਮਿਹਨਤ ਦੇ ਬਲਬੂਤੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਅਤੇ ਕਈ ਚੋਟੀਆਂ ਸਰ ਕਰਨ ਦਾ ਮਾਣ ਹਾਸਲ ਕੀਤਾ ਹੈ। ਡੰਡੀ ਇਸ ਦੇ ਬਾਵਜੂਦ ਅੱਜ ਸਥਿਤੀ ਇਹ ਹੈ ਕਿ ਸਾਡੇ ਦੇਸ਼ ਵਿੱਚ ਔਰਤਾਂ 'ਤੇ ਜ਼ੁਲਮਾਂ ਦੀ ਇੰਤਹਾ ਹੋਈ ਪਈ ਹੈ। ਡੰਡੀ ਹਰ ਪਾਸੇ ਕੋਹਰਾਮ ਮੱਚਿਆ ਹੋਇਆ ਹੈ। ਡੰਡੀ ਕਿਸੇ ਇੱਕ ਦਿਨ ਦੀਆਂ ਅਖਬਾਰਾਂ 'ਤੇ ਹੀ ਨਜ਼ਰ ਮਾਰ ਲਈਏ ਤਾਂ ਔਰਤਾਂ ਪ੍ਰਤੀ ਜ਼ੁਲਮਾਂ ਦੀ ਬਦਤਰ ਸਥਿਤੀ ਦਾ ਪਤਾ ਲਗਾਇਆ ਜਾ ਸਕਦਾ ਹੈ। ਡੰਡੀ ਮਾਸੂਮ ਬਾਲੜੀਆਂ ਕੁੜੀਆਂ ਅਤੇ ਔਰਤਾਂ ਦੀ ਇੱਜ਼ਤ ਆਬਰੂ ਨੂੰ ਰੋਲਣ ਦੀਆਂ ਘਟਨਾਵਾਂ ਦੇਸ਼ ਦੇ ਹਰ ਕੋਨੇ ਵਿੱਚ ਵਾਪਰ ਰਹੀਆਂ ਹਨ। ਡੰਡੀ ਜਿਸ ਪਰਿਵਾਰ ਜਾਂ ਵਿਅਕਤੀ ਨਾਲ ਅਜਿਹੀ ਦੁਖਦਾਈ ਘਟਨਾ ਵਾਪਰਦੀ ਹੈ ਉਸ ਦੇ ਦਰਦ ਦੀ ਇੰਤਹਾ ਨਹੀਂ ਪਾਈ ਜਾ ਸਕਦੀ। ਡੰਡੀ ਔਰਤਾਂ ਨਾਲ ਸਮੂਹਿਕ ਜਬਰ ਜਨਾਹ ਦੀਆਂ ਸ਼ਰਮਨਾਕ ਘਟਨਾਵਾਂ ਅਜੋਕੇ ਮਨੁੱਖ ਦੀ ਜੰਗਲੀ ਮਾਨਸਿਕਤਾ ਦਾ ਪ੍ਰਗਟਾਵਾ ਹਨ। ਡੰਡੀ ਮਨਾਂ ਨੂੰ ਵਲੂੰਧਰਨ ਵਾਲੀਆਂ ਅਜਿਹੀਆਂ ਘਟਨਾਵਾਂ ਕਈ ਵਾਰ ਵਾਪਰ ਚੁੱਕੀਆਂ ਹਨ। ਡੰਡੀ ਪਰ ਕੁਝ ਦਿਨਾਂ ਦੇ ਰੌਲੇ ਰੱਪੇ ਤੋਂ ਬਾਅਦ ਗੱਲ ਭੁੱਲ ਭੁਲਾ ਜਾਂਦੀ ਹੈ ਅਤੇ ਫਿਰ ਕੋਈ ਅਜਿਹੀ ਹੋਰ ਘਟਨਾ ਕੁਝ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੀ ਹੈ। ਡੰਡੀ ਆਪਣੇ ਦੇਸ਼ ਵਿੱਚ ਵਿਚਰਦਿਆਂ ਵੀ ਜਿਸ ਤਰ੍ਹਾਂ ਔਰਤਾਂ ਨੂੰ ਗੱਡੀਆਂ ਵਿੱਚੋਂ ਕੱਢ ਕੱਢ ਕੇ ਰਾਤ ਦੇ ਹਨੇਰੇ ਵਿੱਚ ਬੇਪੱਤ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ, ਉਸ ਤੋਂ ਸਰਕਾਰੀ ਤੰਤਰ ਦੀ ਨਲਾਇਕੀ ਅਤੇ ਨਾਅਹਿਲੀਅਤ ਸਾਹਮਣੇ ਆਉਂਦੀ ਹੈ। ਡੰਡੀ ਅਖਬਾਰਾਂ ਵਿੱਚ ਇਸ ਸ਼ਰਮਨਾਕ ਵਰਤਾਰੇ ਦੀਆਂ ਖਬਰਾਂ ਛਪਣ ਤੋਂ ਬਾਅਦ ਵੀ ਸਿਆਸੀ ਨੇਤਾ ਅਤੇ ਪੁਲਿਸ ਅਜਿਹੀ ਕਿਸੇ ਘਟਨਾ ਦੇ ਵਾਪਰਨ ਤੋਂ ਸਪਸ਼ਟ ਇਨਕਾਰ ਕਰਦੇ ਰਹੇ। ਡੰਡੀ ਪੀੜਤਾਂ ਨੂੰ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਜੋ ਵਾਪਰਿਆ ਹੈ ਉਸ ਨੂੰ ਉਹ ਭੁੱਲ ਜਾਣ। ਡੰਡੀ ਕਈ ਵਾਰ ਜਾਪਦਾ ਹੈ ਕਿ ਅਸੀਂ ਮੱਧਯੁਗੀ ਸਮਿਆਂ ਵਿੱਚ ਹੀ ਵਿਚਰ ਰਹੇ ਹਾਂ ਅਤੇ ਉਸੇ ਤਰ੍ਹਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੇ ਹਾਂ। ਡੰਡੀ ਜਬਰ ਜਨਾਹ ਕਿਸੇ ਵੀ ਔਰਤ ਦੇ ਮਨ ਮਸਤਕ 'ਤੇ ਹਮੇਸ਼ਾ ਰਿਸਦਾ ਰਹਿਣ ਵਾਲਾ ਜ਼ਖਮ ਹੁੰਦਾ ਹੈ। ਡੰਡੀ ਉਹ ਭਾਵੇਂ ਦੋਸ਼ੀ ਨਾ ਵੀ ਹੋਵੇ ਪਰ ਇਹ ਬਦਨੁਮਾ ਦਾਗ ਹਮੇਸ਼ਾ ਲਈ ਉਸ ਦੇ ਮੱਥੇ 'ਤੇ ਚਿਪਕਾ ਦਿੱਤਾ ਜਾਂਦਾ ਹੈ। ਡੰਡੀ ਇਸ ਸੰਬੰਧੀ ਬਹੁਤ ਮਾਮਲੇ ਤਾਂ ਸਮਾਜਿਕ ਮਾਨ ਮਰਿਆਦਾ ਦੀ ਆੜ ਵਿੱਚ ਸਾਹਮਣੇ ਨਹੀਂ ਆਉਂਦੇ। ਡੰਡੀ ਜਿਹੜੇ ਕੇਸ ਸਾਹਮਣੇ ਆਉਂਦੇ ਹਨ ਉਹਨਾਂ ਵਿੱਚ ਵੀ ਕਾਨੂੰਨੀ ਪ੍ਰਕਿਰਿਆ ਇੰਨੀ ਲੰਮੀ ਚੱਲਦੀ ਹੈ ਕਿ ਵਾਰ-ਵਾਰ ਪੀੜਤਾਂ ਦੇ ਜ਼ਖਮਾਂ ਨੂੰ ਉਖੇੜਿਆ ਜਾਂਦਾ ਹੈ। ਡੰਡੀ ਸਟਾਰਟ। ਬੱਸ ਗੱਡੀ ਵਿੱਚ ਸਫ਼ਰ
ਕਰਦੀ ਕੁੜੀ ਨੂੰ ਵੀ ਜਿੱਥੇ ਆਪਣੀ ਇੱਜ਼ਤ ਬਚਾਉਣ ਲਈ ਚੱਲਦੀ ਬੱਸ ਵਿੱਚੋਂ ਛਾਲ ਮਾਰ ਕੇ ਆਪਣੀ ਆਹੂਤੀ ਦੇਣ ਲਈ ਮਜਬੂਰ ਹੋਣਾ ਪਏ, ਉੱਥੇ ਔਰਤਾਂ ਦੀ ਸੁਰੱਖਿਆ ਦੇ ਦਾਅਵੇ ਕਰਨੇ ਮਹਿਜ਼ ਖਾਨਾ ਪੂਰਤੀ ਹੈ। ਡੈਂਡੀ ਇਸ ਤਰ੍ਹਾਂ ਦੀ ਸਥਿਤੀ ਤੋਂ ਧੀਆਂ ਦੇ ਮਾਪੇ ਦੁਖੀ ਹਨ। ਡੈਂਡੀ ਅਜਿਹੇ ਵਰਤਾਰੇ ਦਾ ਇਕੱਠੇ ਹੋ ਕੇ ਮੁਕਾਬਲਾ ਕੀਤੇ ਜਾਣ ਦੀ ਲੋੜ ਹੈ। ਡੈਂਡੀ ਬਿਨਾਂ ਸ਼ੱਕ ਪ੍ਰਸ਼ਾਸਨ ਅਤੇ ਪੁਲਿਸ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਡੈਂਡੀ ਪਰ ਅਜਿਹੇ ਮਾਮਲਿਆਂ ਵਿੱਚ ਪੁਲਿਸ ਵੀ ਕਈ ਦਬਾਵਾਂ ਦਾ ਸ਼ਿਕਾਰ ਹੋ ਜਾਂਦੀ ਹੈ। ਸਿੱਟੇ ਵਜੋਂ ਪੀੜਤ ਧਿਰ ਨੂੰ ਹੋਰ ਦਰਦ ਅਤੇ ਨਿਰਾਦਰ ਸਹਿਣਾ ਪੈਂਦਾ ਹੈ। ਡੈਂਡੀ ਜਬਰ ਜਨਾਹ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਮਿਲਣੀ ਚਾਹੀਦੀ ਹੈ। ਡੈਂਡੀ ਕੁੜੀਆਂ ਨੂੰ ਨਿਡਰਤਾ ਅਤੇ ਹੌਸਲੇ ਨਾਲ ਵਿਚਰਦਿਆਂ ਅਜਿਹੀ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਵਿਰੁੱਧ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਡੈਂਡੀ ਔਰਤ ਦੀ ਅਜ਼ਮਤ ਬਚਾਉਣ ਲਈ ਸਹੀ ਸੋਚ ਵਾਲੇ ਲੋਕਾਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਡੈਂਡੀ ਅਜਿਹੀ ਅੱਗ ਸਾਡੇ ਆਲੇ ਦੁਆਲੇ ਫੈਲੀ ਹੋਈ ਹੈ, ਉਹ ਕਿਸੇ ਦਿਨ ਸਾਡੇ ਤੱਕ ਵੀ ਆ ਸਕਦੀ ਹੈ। ਇਸ ਲਈ ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਡੈਂਡੀ ਅਜੋਕੇ ਸਮਾਜਿਕ ਮਾਹੌਲ ਤੋਂ ਡਰੇ ਮਾਪੇ ਕੁੜੀਆਂ ਨੂੰ ਉੱਚ ਸਿੱਖਿਆ ਲਈ ਕਈ ਵਾਰ ਦੂਰ ਨੇੜੇ ਭੇਜਣ ਤੋਂ ਵੀ ਹਿਚਕਚਾਉਂਦੇ ਹਨ। ਡੈਂਡੀ ਹਾਲਾਂਕਿ ਅਜੋਕੇ ਸਮੇਂ ਦੀ ਇਹ ਸਭ ਤੋਂ ਵੱਡੀ ਲੋੜ ਹੈ ਕਿ ਕੁੜੀਆਂ ਨੂੰ ਪੜ੍ਹਾ ਲਿਖਾ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਯੋਗ ਬਣਾਇਆ ਜਾਵੇ। ਡੈਂਡੀ ਸਿੱਖਿਆ ਰੂਪੀ ਹਥਿਆਰ ਨਾਲ ਆਪਣੇ ਆਪ ਨੂੰ ਯੋਗ ਬਣਾ ਕੇ ਹੀ ਔਰਤ ਆਪਣੇ ਹੱਕਾਂ ਅਤੇ ਸਮਾਜਿਕ ਵਿਵਸਥਾ ਨੂੰ ਚੰਗੀ ਤਰ੍ਹਾਂ ਸਮਝਣ ਦੇ ਯੋਗ ਹੋ ਸਕਦੀ ਹੈ। ਡੈਂਡੀ ਆਰਥਿਕ ਰੂਪ ਵਿੱਚ ਸਵੈ ਨਿਰਭਰ ਹੋ ਕੇ ਹੀ ਔਰਤਾਂ ਸਮਾਜ ਵਿੱਚ ਸਿਰ ਉੱਚਾ ਕਰਕੇ ਜੀਣ ਦੇ ਰਾਹ ਤੁਰ ਸਕਦੀਆਂ ਹਨ। ਡੈਂਡੀ ਸਮਾਜ ਨੂੰ ਇਹ ਗੱਲ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਕੁੜੀ ਨੂੰ ਵਿੱਦਿਆ ਰੂਪੀ ਦਾਜ ਦੇ ਕੇ ਹੀ ਸਨਮਾਨਯੋਗ ਜ਼ਿੰਦਗੀ ਜੀਣ ਦੇ ਕਾਬਲ ਬਣਾਇਆ ਜਾ ਸਕਦਾ ਹੈ। ਡੈਂਡੀ ਦਾਜ ਤੋਂ ਬਿਨਾਂ ਤਾਂ ਸਰ ਸਕਦਾ ਹੈ, ਪਰ ਕਿਸੇ ਧੀ ਨੂੰ ਸਿੱਖਿਆ ਤੋਂ ਵਾਂਝੇ ਰੱਖਣਾ ਉਸ ਦੀ ਜ਼ਿੰਦਗੀ ਨੂੰ ਗ੍ਰਹਿਣ ਲਾਉਣ ਦੇ ਬਰਾਬਰ ਹੈ। ਡੈਂਡੀ ਜ਼ਿੰਦਗੀ ਦੇ ਵਰਤਾਰੇ ਨੂੰ ਸੂਝ ਬੂਝ ਨਾਲ ਸਮਝਣ ਲਈ ਕਿਸੇ ਮੁਟਿਆਰ ਦਾ ਪੜ੍ਹੇ ਲਿਖੇ ਹੋਣਾ ਅਜੋਕੇ ਸਮਿਆਂ ਦੀ ਸਭ ਤੋਂ ਵੱਡੀ ਲੋੜ ਹੈ। ਡੈਂਡੀ ਸਦੀਆਂ ਤੋਂ ਸਮਾਜ ਨੇ ਇਹ ਧਾਰਨਾ ਬਣਾਈ ਹੋਈ ਹੈ ਕਿ ਔਰਤ ਕਮਜ਼ੋਰ ਹੈ। ਡੈਂਡੀ ਪਰ ਅਜੋਕੀ ਪੜ੍ਹੀ ਲਿਖੀ ਅਤੇ ਸੂਝਵਾਨ ਔਰਤ ਨੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਬੁਲੰਦੀਆਂ ਹਾਸਲ ਕਰਕੇ ਅਤੇ ਆਪਣੀ ਸ਼ਕਤੀਸ਼ਾਲੀ ਭੂਮਿਕਾ ਅਦਾ ਕਰਕੇ ਅਜਿਹੇ ਭਰਮਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ। ਡੈਂਡੀ ਕੁੜੀਆਂ ਔਰਤਾਂ ਦੀ ਸੁਰੱਖਿਆ ਦਾ ਮਸਲਾ ਬਹੁਤ ਹੀ ਚਿੰਤਾਜਨਕ ਹੈ। ਡੈਂਡੀ ਹਰ ਸੰਵੇਦਨਸ਼ੀਲ ਬੰਦੇ ਨੂੰ ਆਪਣੀ ਭੂਮਿਕਾ ਅਦਾ ਕਰਨੀ ਸਮੇਂ ਦੀ ਲੋੜ ਹੈ। ਡੈਂਡੀ ਸਾਰੀ ਜ਼ਿੰਮੇਵਾਰੀ ਪੁਲਿਸ ਅਤੇ ਪ੍ਰਸ਼ਾਸਨ 'ਤੇ ਹੀ ਨਾ ਛੱਡ ਦਿੱਤੀ ਜਾਵੇ। ਡੈਂਡੀ ਜੇ ਸਮਾਜ ਹਰ ਧੀ ਦੇ ਚਿਹਰੇ ਵਿੱਚੋਂ ਆਪਣੀ ਧੀ ਭੈਣ ਦਾ ਚਿਹਰਾ ਦੇਖਣ ਦੇ ਰਾਹ ਤੁਰ ਪਏ ਤਾਂ ਕੋਈ ਕੁੜੀਆਂ ਦੀ ਹਵਾ ਵੱਲ ਝਾਕਣ ਦਾ ਜੇਰਾ ਨਹੀਂ ਕਰੇਗਾ। ਡੈਂਡੀ ਬਾਲੜੀ ਉਮਰ ਤੋਂ ਹੀ ਕੁੜੀਆਂ ਨੂੰ ਆਪਣੀ ਰੱਖਿਆ ਆਪ ਕਰਨ ਦੇ ਯੋਗ ਬਣਾਇਆ ਜਾਣਾ ਸਮੇਂ ਦੀ ਲੋੜ ਹੈ। ਡੈਂਡੀ
ਸਟਾਰਟ। ਇਸ ਭਾਸ਼ਾ ਨੀਤੀ ਵਿੱਚ ਰਿਆਸਤੀ ਸੰਵਿਧਾਨ ਦੀ ਸੂਚੀ 'ਚ ਮਾਨਤਾ ਪ੍ਰਾਪਤ ਭਾਸ਼ਾਵਾਂ ਨੂੰ ਦਰਕਿਨਾਰ ਕਰਕੇ ਕਿਸੇ ਵੀ ਮਾਤ ਭਾਸ਼ਾ ਨੂੰ ਪਹਿਲੀ ਜਾਂ ਦੂਜੀ ਭਾਸ਼ਾ ਵਜੋਂ ਮਾਨਤਾ ਦੇਣ ਦਾ ਭੋਗ ਪਾ ਦਿੱਤਾ ਗਿਆ। ਡੰਡੀ। ਇਸ ਨਵੀਂ ਭਾਸ਼ਾ ਨੀਤੀ ਅਨੁਸਾਰ ਪੰਜਾਬੀ ਭਾਸ਼ਾ ਜੋ ਦੂਸਰੀ ਭਾਸ਼ਾ ਦਾ ਦਰਜਾ ਰੱਖਦੀ ਸੀ ਤੇ ਇਹ ਸਿੱਖਿਆ ਦਾ ਮਾਧਿਅਮ ਵੀ ਸੀ। ਡੰਡੀ। ਇਸ ਨੂੰ ਹੁਣ 8ਵੇਂ ਗਰੁੱਪ ਵਿੱਚ ਸ਼ਾਮਲ ਕਰ ਦਿੱਤਾ ਗਿਆ। ਡੰਡੀ। ਇਸ ਗਰੁੱਪ ਵਿੱਚ ਹਿੰਦੀ, ਉਰਦੂ, ਸੰਸਕ੍ਰਿਤ, ਅਰਬੀ, ਫਾਰਸੀ, ਕਸ਼ਮੀਰੀ, ਡੋਗਰੀ, ਬੋਧੀ ਤੇ ਪੰਜਾਬੀ ਸ਼ਾਮਲ ਸਨ। ਡੰਡੀ। ਇਸ 8ਵੇਂ ਗਰੁੱਪ ਨੂੰ ਵਾਧੂ ਭਾਸ਼ਾਵਾਂ ਦੇ ਗਰੁੱਪ ਵਜੋਂ ਮਾਨਤਾ ਦਿੱਤੀ ਗਈ। ਡੰਡੀ। ਪੰਜਾਬੀ ਨੂੰ ਜਾਣ ਬੁੱਝ ਕੇ ਕਲਾਸੀਕਲ ਭਾਸ਼ਾਵਾਂ ਨਾਲ ਨੱਥੀ ਕਰ ਦਿੱਤਾ ਗਿਆ, ਜਦ ਕਿ ਉਹ ਆਧੁਨਿਕ ਭਾਰਤੀ ਭਾਸ਼ਾਵਾਂ ਵਿੱਚ ਆਉਂਦੀ ਹੈ। ਡੰਡੀ। ਇਸ ਗਰੁੱਪ ਦਾ ਸਿੱਖਿਆਰਥੀਆਂ ਨੂੰ ਕੋਈ ਫਾਇਦਾ ਨਾ ਹੋਇਆ। ਡੰਡੀ। ਨਾ ਤਾਂ ਇਸ ਦੇ ਅੰਕ ਜੁੜਦੇ ਸਨ ਤੇ ਨਾ ਇਹਨਾਂ ਦਾ ਕੋਈ ਹੋਰ ਮਹੱਤਵ ਰਹਿ ਗਿਆ ਸੀ। ਡੰਡੀ। ਅਜਿਹੀ ਸਥਿਤੀ ਵਿੱਚ ਸਭ ਤੋਂ ਵਧੇਰੇ ਦੁਰਗਤੀ ਪੰਜਾਬੀ ਭਾਸ਼ਾ ਦੀ ਹੋਈ, ਜੋ ਕਿ ਵੱਡੀ ਗਿਣਤੀ ਵਿੱਚ ਸਥਾਨਕ ਬੋਲਣਹਾਰਿਆਂ ਦੀ ਜ਼ਬਾਨ ਸੀ। ਡੰਡੀ। ਇਸ ਨੀਤੀ ਵਿੱਚ ਜਾਣ ਬੁੱਝ ਕੇ ਦੁਬਾਰਾ ਹਿੰਦੀ, ਉਰਦੂ ਨੂੰ ਰੱਖ ਦਿੱਤਾ ਗਿਆ, ਹਾਲਾਂਕਿ ਉਹ ਗਰੁੱਪ 1 ਤੇ 2 ਵਿਚਲੀ ਸੂਚੀ ਵਿੱਚ ਸ਼ਾਮਲ ਸਨ। ਡੰਡੀ। ਇਹਨਾਂ ਨੂੰ ਦੁਬਾਰਾ 8ਵੇਂ ਗਰੁੱਪ ਵਿੱਚ ਸ਼ਾਮਲ ਕਰਨ ਦਾ ਮਤਲਬ ਸੀ ਕਿ ਜਿਹੜੇ ਵਿਦਿਆਰਥੀ ਮੁੱਢਲੀਆਂ ਜਮਾਤਾਂ ਵਿੱਚ ਇਹਨਾਂ ਨੂੰ ਪੜ੍ਹਦੇ ਹਨ, ਉਹ ਦੁਬਾਰਾ ਸੌਖ ਲਈ ਉੱਪਰਲੀਆਂ ਜਮਾਤਾਂ ਵਿੱਚ ਵੀ ਇਹਨਾਂ ਦੀ ਚੋਣ ਕਰ ਸਕਦੇ ਹਨ। ਡੰਡੀ। ਇਸ ਨਾਲ 8ਵੇਂ ਗਰੁੱਪ ਦੀਆਂ ਭਾਸ਼ਾਵਾਂ ਵਿੱਚੋਂ ਪੰਜਾਬੀ ਦੇ ਪਰ ਕੱਟ ਕੇ ਇਸ ਨੂੰ ਹੀਨ ਭਾਸ਼ਾ ਦੇ ਦਰਜੇ 'ਤੇ ਪਹੁੰਚਾ ਦਿੱਤਾ ਗਿਆ। ਡੰਡੀ। ਜਿੱਥੇ ਪਹਿਲਾਂ ਇਹ ਮੁੱਢਲੀਆਂ ਜਮਾਤਾਂ ਤੋਂ ਲੈ ਕੇ ਉੱਪਰਲੀਆਂ ਤੇ ਉੱਚ ਜਮਾਤਾਂ ਵਿੱਚ ਪੜ੍ਹਾਈ ਜਾਂਦੀ ਸੀ, ਹੁਣ ਇਸ ਦੀ ਸਥਿਤੀ ਇੱਕ ਫਾਲਤੂ ਭਾਸ਼ਾ ਵਾਲੀ ਬਣ ਗਈ ਹੈ। ਡੰਡੀ। ਇਸ ਬਾਰੇ ਕਾਫੀ ਜ਼ੋਰਦਾਰ ਆਵਾਜ਼ ਵੀ ਉੱਠਦੀ ਰਹੀ, ਪਰ ਪੰਜਾਬੀ ਨੂੰ ਉਹਦਾ ਹੱਕ ਨਾ ਦਿੱਤਾ ਗਿਆ। ਡੰਡੀ ਸਰਕਾਰ ਨੇ 20 ਵਿਦਿਆਰਥੀਆਂ ਦੀ ਸ਼ਰਤ ਲਾ ਕੇ ਇਹਦੀ ਪੜ੍ਹਾਈ ਦਾ ਵਾਅਦਾ ਜ਼ਰੂਰ ਕੀਤਾ, ਪਰ ਅਮਲੀ ਰੂਪ ਵਿੱਚ ਇਸ ਨੂੰ ਖੋਰਾ ਹੀ ਲੱਗਿਆ। ਡੰਡੀ। ਜੇ ਇਤਿਹਾਸਕ ਸਥਿਤੀਆਂ ਦੇਖੀਏ ਤਾਂ ਦੇਸ਼ ਵੰਡ ਵੇਲੇ ਜਿਹੜਾ ਕਸ਼ਮੀਰੀ ਇਲਾਕਾ ਪਾਕਿਸਤਾਨੀ ਕਸ਼ਮੀਰ ਵਿੱਚ ਚਲਾ ਗਿਆ, ਉਸ ਨਾਲ ਵੀ ਪੰਜਾਬੀ ਭਾਸ਼ਾ ਨੂੰ ਨੁਕਸਾਨ ਪਹੁੰਚਿਆ। ਡੰਡੀ। ਕੁਝ ਅੰਕੜਿਆਂ ਨਾਲ ਸਥਿਤੀ ਸਪਸ਼ਟ ਕੀਤੀ ਜਾ ਸਕਦੀ ਹੈ। 1941 ਦੀ ਮਰਦਮਸ਼ੁਮਾਰੀ ਤੋਂ ਪਤਾ ਲੱਗਦਾ ਹੈ ਕਿ ਰਿਆਸਤ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਸੀ ਤੇ ਕਸ਼ਮੀਰੀ ਦੂਜੇ ਨੰਬਰ 'ਤੇ ਸੀ। ਡੰਡੀ। 1947 ਦੀ ਵੰਡ ਦੌਰਾਨ ਰਿਆਸਤ ਦਾ 33,000 ਵਰਗ ਮੀਲ ਇਲਾਕਾ ਪਾਕਿਸਤਾਨ ਵਿੱਚ ਚਲਾ ਗਿਆ। ਡੰਡੀ। ਇਸ ਇਲਾਕੇ ਵਿੱਚ ਮੁਜ਼ੱਫਰਾਬਾਦ, ਮੀਰਪੁਰ, ਭਿੰਬਰ, ਕੋਟਲੀ ਤੇ ਅੱਧਾ ਪੁੰਛ ਆਉਂਦੇ ਹਨ, ਜਿੱਥੇ ਉਦੋਂ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 20 ਲੱਖ ਦੇ ਨੇੜੇ ਤੇੜੇ ਸੀ। ਡੰਡੀ। ਸਟਾਰਟ। ਰਿਆਸਤ ਵਿੱਚ ਬਾਰਾਮੂਲਾ, ਸ਼੍ਰੀਨਗਰ, ਟਿਟਵਾਲ, ਉੜੀ, ਕਰਨਾ, ਤਰਾਲ ਆਦਿ ਇਲਾਕਿਆਂ ਵਿੱਚ ਵੱਡੀ ਗਿਣਤੀ
ਪੰਜਾਬੀ ਬੋਲਣ ਵਾਲਿਆਂ ਦੀ ਹੈ ਡੰਡੀ। ਇਸ ਤੋਂ ਇਲਾਵਾ ਜੰਮੂ ਦਾ ਸਾਰਾ ਇਲਾਕਾ ਭੱਦਰਵਾਹ, ਡੋਡਾ ਤੇ ਕਿਸ਼ਤਵਾੜ ਛੱਡ ਕੇ ਪੰਜਾਬੀ ਬੋਲਦਾ ਇਲਾਕਾ ਹੈ ਡੰਡੀ। 1971 ਦੀ ਮਰਦਮਸ਼ੁਮਾਰੀ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 13 ਲੱਖ ਦੱਸੀ ਹੈ, ਜੋ ਲਗਾਤਾਰ ਵੱਧ ਰਹੀ ਹੈ। ਇੰਜ ਕਸ਼ਮੀਰੀ ਤੋਂ ਬਾਅਦ ਬੋਲਣ ਵਾਲੀ ਦੂਜੀ ਪ੍ਰਮੁੱਖ ਬੋਲੀ ਪੰਜਾਬੀ ਹੈ ਡੰਡੀ। ਰਾਜਸੀ ਬਦਨੀਤੀਆਂ ਨੇ ਪੰਜਾਬੀ ਨੂੰ ਢਾਹ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਡੰਡੀ। ਪਹਿਲਾਂ ਇਸ ਦੀ ਉਪਬੋਲੀ ਡੋਗਰੀ ਨੂੰ ਵੱਖ ਕੀਤਾ ਡੰਡੀ, ਫਿਰ ਪੰਜਾਬੀ ਦੀਆਂ ਪਹਾੜੀ ਬੋਲੀਆਂ ਨੂੰ ਤੋੜਿਆ ਡੰਡੀ। ਗੋਜਰੀ ਤੇ ਪਹਾੜੀ ਨੂੰ ਲਿਖਣ ਲਈ ਉਸ ਨਾਲ ਫਾਰਸੀ ਲਿਪੀ ਜੋੜ ਦਿੱਤੀ ਡੰਡੀ। ਇਸੇ ਤਰ੍ਹਾਂ ਜੰਮੂ ਇਲਾਕੇ ਦੇ ਰਜੌਰੀ, ਪੁਣਛ, ਕਰਨਾ, ਊੜੀ ਵਿੱਚ ਪੰਜਾਬੀ ਬੋਲਣ ਵਾਲਿਆਂ ਨੂੰ ਗੋਜਰੀ ਮਾਤ ਭਾਸ਼ਾ ਦਾ ਸੁਝਾਅ ਦੇ ਕੇ ਪੰਜਾਬੀ ਤੋਂ ਪਿੱਛਾ ਛੁਡਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੰਡੀ। ਅਜਿਹੀਆਂ ਸਥਿਤੀਆਂ ਵਿੱਚ ਪੰਜਾਬੀ ਨੂੰ ਲਗਾਤਾਰ ਹਾਸ਼ੀਏ ਵੱਲ ਧੱਕ ਕੇ ਇਹਦਾ ਰਾਹ ਤੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਡੰਡੀ। ਹੁਣ ਧਾਰਾ 370 ਨੂੰ ਤੋੜ ਕੇ ਰਿਆਸਤ ਦੇ ਟੋਟੇ ਕਰ ਦਿੱਤੇ ਗਏ ਹਨ, ਤਾਂ ਇਹਨਾਂ ਲਈ ਬਣਾਈ ਗਈ ਨਵੀਂ ਭਾਸ਼ਾ ਨੀਤੀ ਵਿੱਚ ਪੰਜਾਬੀ ਨੂੰ ਪੂਰਨ ਰੂਪ ਵਿੱਚ ਖਾਰਜ ਕਰ ਦਿੱਤਾ ਗਿਆ ਹੈ ਡੰਡੀ। ਸਿਤਮ ਤਾਂ ਇਹ ਹੈ ਕਿ ਕੁਦਰਤੀ ਨੇਮ ਅਨੁਸਾਰ ਹਰ ਬਸ਼ਿੰਦੇ ਨੂੰ ਆਪਣੀ ਭਾਸ਼ਾ ਬੋਲਣ, ਵਰਤਣ, ਉਸ ਵਿੱਚ ਸਿੱਖਿਆ ਗ੍ਰਹਿਣ ਕਰਨ, ਉਸ ਨੂੰ ਪ੍ਰਫੁੱਲਤ ਕਰਨ ਦਾ ਸੰਵਿਧਾਨਕ ਹੱਕ ਹੈ ਡੰਡੀ। ਪਰ ਸਰਕਾਰ ਦੀ ਸੌੜੀ ਨੀਤੀ ਕਰਕੇ ਰਿਆਸਤ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਬੋਲਣ ਵਾਲੇ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਈਸਾਈਆਂ ਤੋਂ ਉਹਨਾਂ ਦਾ ਇਹ ਹੱਕ ਖੋਹ ਲਿਆ ਗਿਆ ਹੈ ਡੰਡੀ। ਭਾਰਤ ਵਿੱਚ ਭਾਸ਼ਾ ਨੀਤੀਆਂ ਬਣਾਉਣ ਤੇ ਇਹਨਾਂ ਨੂੰ ਲਾਗੂ ਕਰਨ ਵਿੱਚ ਹਮੇਸ਼ਾ ਸੌੜੀ ਸਿਆਸਤ ਨੇ ਅੜਿੱਕੇ ਢਾਏ ਹਨ ਡੰਡੀ। ਇਹ ਸਥਿਤੀ ਬਸਤੀਵਾਦੀ ਕਾਲ ਵਿੱਚ ਸ਼ੁਰੂ ਕੀਤੀ ਗਈ ਸੀ, ਪਰ ਆਜ਼ਾਦੀ ਮਿਲਣ ਤੋਂ ਬਾਅਦ ਵੀ ਵੱਖ-ਵੱਖ ਮਾਤ ਭਾਸ਼ਾਵਾਂ ਬੋਲਣ ਵਾਲਿਆਂ ਨੂੰ ਸਿਆਸੀ ਦਾਅ ਪੇਚਾਂ ਰਾਹੀਂ ਫਿਰਕੂ ਫਰੇਮਾਂ ਵਿੱਚ ਫਿੱਟ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਡੰਡੀ। ਇਸ ਨਾਲ ਹੀ ਭਾਰਤ ਵਿੱਚ ਅਨੇਕਾਂ ਭਾਸ਼ਾ ਅੰਦੋਲਨ ਹੋਏ ਹਨ ਤੇ ਖੂਨ ਖਰਾਬੇ ਵੀ ਹੋਏ ਡੰਡੀ। ਅੱਜ ਵੀ ਜੰਮੂ ਕਸ਼ਮੀਰ ਵਿਚਲੇ ਪੰਜਾਬੀ ਬੋਲਣਹਾਰੇ ਆਪਣੇ ਭਾਸ਼ਾਈ ਹੱਕ ਲਈ ਆਵਾਜ਼ ਬੁਲੰਦ ਕਰ ਰਹੇ ਹਨ ਤੇ ਇਸ ਆਵਾਜ਼ ਨੂੰ ਪੂਰੀ ਦੁਨੀਆ ਵਿੱਚ ਹੁੰਗਾਰਾ ਮਿਲਿਆ ਹੈ ਡੰਡੀ। ਦੇਸ਼ ਦੀ ਸੰਸਦ ਵਿੱਚ ਕੁਝ ਮੈਂਬਰਾਂ ਵੱਲੋਂ ਇਸ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਉਠਾਈ ਗਈ ਸੀ ਡੰਡੀ। ਅੱਜ ਵੀ ਜੰਮੂ ਦੇ ਹਰ ਕੋਨੇ ਵਿੱਚੋਂ ਪੰਜਾਬੀ ਦੀ ਖੁਸ਼ਬੂ ਆਉਂਦੀ ਹੈ ਡੰਡੀ। ਘਰਾਂ, ਗਲੀਆਂ, ਮੁਹੱਲਿਆਂ, ਬਾਜ਼ਾਰਾਂ, ਦਫ਼ਤਰਾਂ, ਹਸਪਤਾਲਾਂ ਤੇ ਸਿੱਖਿਆ ਸੰਸਥਾਵਾਂ ਵਿੱਚ ਇਸ ਦੀ ਆਮ ਵਰਤੋਂ ਹੁੰਦੀ ਹੈ ਡੰਡੀ। ਰਿਆਸਤ ਦੀ ਇਹ ਇੱਕੋ ਇੱਕ ਅਜਿਹੀ ਭਾਸ਼ਾ ਹੈ ਜੋ ਪਿਛਲੇ ਲਗਭਗ 200 ਸਾਲਾਂ ਤੋਂ ਇੱਥੇ ਵਰਤੀ ਜਾ ਰਹੀ ਹੈ ਡੰਡੀ। ਲੋੜ ਭਾਸ਼ਾਈ ਸੰਕੀਰਨਤਾ ਤੋਂ ਉੱਪਰ ਉੱਠਣ ਦੀ ਹੈ ਡੰਡੀ। ਲੋਕਾਂ ਨੂੰ ਭਾਸ਼ਾਈ ਅਧਿਕਾਰ ਦੇਣ ਦੀ ਹੈ ਡੰਡੀ। ਕਿਸੇ ਵੀ ਭਾਸ਼ਾ ਨੂੰ ਦਬਾ ਕੇ ਕਦੇ ਖਤਮ ਨਹੀਂ ਕੀਤਾ ਜਾ ਸਕਦਾ ਡੰਡੀ। ਪਰ ਅਫਸੋਸ ਇਸ ਗੱਲ ਦਾ ਹੈ ਕਿ ਸਰਕਾਰ ਨੇ ਰਿਆਸਤ ਦੇ ਪੰਜਾਬੀ ਆਵਾਮ ਨੂੰ ਅੱਖੋਂ ਪਰੋਖੇ ਕਰਕੇ ਨਵੀਂ ਭਾਸ਼ਾ ਨੀਤੀ ਦਾ ਖਰੜਾ
ਪ੍ਰਵਾਨ ਕਰਕੇ ਉਸ ਨੂੰ ਸੰਸਦ ਵਿੱਚ ਪਾਸ ਕਰ ਦਿੱਤਾ ਹੈ। ਡੰਡੀ। ਪੰਜਾਬੀ ਪਿਆਰਿਆਂ ਲਈ ਸੰਘਰਸ਼ ਬਹੁਤ ਲੰਮਾ ਹੈ ਤੇ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਸਰਕਾਰ ਦੇ ਕੰਨਾਂ 'ਚੋਂ ਰੂੰ ਨਿਕਲੇਗੀ ਤੇ ਉਹ ਲੋਕ ਆਵਾਜ਼ ਨੂੰ ਸੁਣੇਗੀ। ਡੰਡੀ। ਦੇਰ ਸਵੇਰ ਪੰਜਾਬੀ ਬੋਲਣ ਵਾਲਿਆਂ ਨੂੰ ਉਹਨਾਂ ਦਾ ਹੱਕ ਜ਼ਰੂਰ ਮਿਲੇਗਾ। ਡੰਡੀ। ਕਿਸਾਨ ਅੰਦੋਲਨ ਤੇ ਸਰਕਾਰ ਨਾਲ ਗੱਲਬਾਤ ਹਾਲੇ ਤੱਕ ਕਿਸੇ ਸਿਰੇ ਨਹੀਂ ਲੱਗ ਰਹੀ। ਡੰਡੀ। ਅੰਦੋਲਨਕਾਰੀ ਇੱਕੋ ਗੱਲ 'ਤੇ ਅੜੇ ਹੋਏ ਹਨ ਕਿ ਇਹ ਤਿੰਨੇ ਖੇਤੀ ਕਾਨੂੰਨ ਰੱਦ ਹੋਣ, ਜਦਕਿ ਸਰਕਾਰੀ ਧਿਰ ਲਗਾਤਾਰ ਇਹ ਆਖ ਰਹੀ ਹੈ ਕਿ ਇਹ ਕਿਸਾਨ ਹਿੱਤੂ ਹਨ। ਡੰਡੀ। ਕਿਸਾਨ ਸੰਘਰਸ਼ ਦੀ ਇਹ ਖੂਬੀ ਹੈ ਕਿ ਉਹ ਲਗਾਤਾਰ ਪੁਰਅਮਨ ਚੱਲ ਰਿਹਾ ਹੈ। ਡੰਡੀ। ਰੋਸ ਵਿਖਾਵੇ ਪੰਜਾਬ ਤੇ ਹਰਿਆਣਾ ਜਾਂ ਹੋਰ ਥਾਵਾਂ 'ਤੇ ਹੋ ਰਹੇ ਹਨ। ਡੰਡੀ। ਉਹ ਵੀ ਪੂਰਨ ਸ਼ਾਂਤਮਈ ਹੋਏ, ਇਹ ਚੰਗੀ ਗੱਲ ਹੈ। ਡੰਡੀ। ਰੋਸ ਹੋਵੇ ਪਰ ਕੋਈ ਭੜਕਾਊ ਜਾਂ ਲਕੀਰ ਤੋਂ ਉਲੰਘਣੀ ਗੱਲ ਨਾ ਹੋਵੇ। ਡੰਡੀ। ਇਹ ਚੰਗਾ ਪ੍ਰਭਾਵ ਪਾਉਂਦਾ ਹੈ ਤੇ ਠੀਕ ਹੈ। ਡੰਡੀ। ਅਜੀਤ 'ਚ 14 ਜਨਵਰੀ ਵਿੱਚ ਸਤਨਾਮ ਸਿੰਘ ਮਾਣਕ ਹੋਰਾਂ ਦੇ ਲੇਖ ਵਿੱਚ ਵੀ ਇਹੋ ਅਪੀਲ ਕੀਤੀ ਗਈ ਹੈ। ਡੰਡੀ। ਮਾਣਕ ਹੋਰਾਂ ਨੇ 26 ਜਨਵਰੀ ਦੇ ਟਰੈਕਟਰ ਮਾਰਚ ਬਾਰੇ ਜੋ ਦਲੀਲ ਦਿੱਤੀ ਹੈ ਉਹ ਸਹੀ ਹੈ ਕਿ ਜੇ 26 ਨੂੰ ਗਣਤੰਤਰ ਦੇ ਅਵਸਰ 'ਤੇ ਇਹ ਕੱਢਣਾ ਹੈ ਤਾਂ ਰਾਜਧਾਨੀ ਦੀਆਂ ਬਾਹਰਲੀਆਂ ਸੜਕਾਂ 'ਤੇ ਕੱਢਿਆ ਜਾਵੇ। ਡੰਡੀ। ਪਿਛਲੇ ਹਫ਼ਤੇ ਅਜੀਤ ਦੇ ਕਾਲਮ ਨਵੀਸ ਹਰਜਿੰਦਰ ਸਿੰਘ ਲਾਲ ਹੋਰਾਂ ਵੀ ਲਿਖਿਆ ਸੀ ਕਿ ਕੁਝ ਕੌਮੀ ਦਿਨ ਹੁੰਦੇ ਹਨ ਜਿਨ੍ਹਾਂ ਬਾਰੇ ਵਿਚਾਰਨਾ ਹੀ ਠੀਕ ਹੈ। ਡੰਡੀ। ਜੋਸ਼ ਕਾਇਮ ਰਹੇ ਪਰ ਹੋਸ਼ ਨਾਲ ਹੀ ਰਹੇ। ਡੰਡੀ। ਸਰਕਾਰ ਨੂੰ ਕੋਈ ਸਖਤੀ ਕਰਨ ਦਾ ਬਹਾਨਾ ਨਾ ਮਿਲੇ। ਡੰਡੀ। ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਉਹ ਸਾਨੂੰ ਸਭ ਨੂੰ ਸਮੱਤ ਬਖਸ਼ਣ। ਡੰਡੀ। ਮੁਲਕ ਮਾਹੀ ਦਾ ਵਸਦਾ ਰਹੇ ਤੇ ਕਿਸਾਨ ਮਜ਼ਦੂਰ ਤਬਕਾ ਵੀ ਹੱਸਦਾ ਵਸਦਾ ਰਹੇ। ਡੰਡੀ ਪੈਰਾ। ਸਭ ਤੋਂ ਪਹਿਲਾਂ ਇੱਥੇ ਮੇਰਾ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਸਹਿਜ ਅਵਸਥਾ ਉਹ ਅਵਸਥਾ ਹੈ ਜਿਸ ਵਿੱਚ ਆਪਾਂ ਸ਼ਾਂਤ ਚਿੱਤ ਰਹਿੰਦੇ ਹੋਏ ਡੰਡੀ ਆਪਣੇ ਅਤੇ ਆਲੇ ਦੁਆਲੇ ਦੇ ਕਾਰਜ ਕਰਦੇ ਹਾਂ, ਜਿਸ ਨਾਲ ਆਪਾਂ ਗੁੱਸੇ ਜਿਹੀ ਘਾਤਕ ਬਿਮਾਰੀ ਤੋਂ ਬਚ ਸਕਦੇ ਹਾਂ। ਡੰਡੀ ਜਿਸ ਨਾਲ ਆਪਾਂ ਆਪ ਵੀ ਖੁਸ਼ ਅਤੇ ਹੋਰਨਾਂ ਨੂੰ ਖੁਸ਼ ਰੱਖ ਸਕਦੇ ਹਾਂ। ਡੰਡੀ ਸਹਿਜ ਤੋਂ ਬਿਨਾਂ ਅੰਧੇਰਾ ਹੈ, ਕਿਉਂਕਿ ਆਪਣੇ ਜੀਵਨ ਵਿੱਚ ਚਾਰ ਚੁਫੇਰੇ ਆਇਆ ਮੋਹ ਦਾ ਪਸਾਰਾ ਹੈ, ਜਿਸ ਦਾ ਅਸਰ ਹਰ ਇਨਸਾਨ 'ਤੇ ਹੋਣਾ ਸੁਭਾਵਿਕ ਹੀ ਹੈ। ਇਸ ਲਈ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਸਹਿਜ ਹੋਣਾ ਬਹੁਤ ਜ਼ਰੂਰੀ ਹੈ ਅਤੇ ਸਹਿਜ ਸਾਡੇ ਵਿੱਚ ਤਾਂ ਹੀ ਬਣੇਗਾ। ਡੰਡੀ ਜੇਕਰ ਅਸੀਂ ਆਪਣੇ ਖਾਣ ਪੀਣ, ਗੁੱਸੇ ਅਤੇ ਫਜ਼ੂਲ ਖਰਚਿਆਂ 'ਤੇ ਕੰਟਰੋਲ ਕਰਾਂਗੇ, ਕਿਉਂਕਿ ਲੋੜ ਤੋਂ ਵੱਧ ਕੀਤਾ ਖਰਚ ਵੀ ਬੰਦੇ ਦਾ ਚੈਨ ਖੋਹ ਲੈਂਦਾ ਹੈ ਜੀ। ਡੰਡੀ ਇਸ ਲਈ ਸਾਦਾ ਪਹਿਨੋ, ਸਾਦਾ ਖਾਓ, ਸਾਫ ਸੁਥਰੇ ਰਹੋ ਅਤੇ ਕਿਤਾਬਾਂ ਨੂੰ ਆਪਣਾ ਸੱਚਾ ਸਾਥੀ ਬਣਾਓ। ਡੰਡੀ ਦੋਸਤੋ ਸਹਿਜ ਸੁਭਾਅ ਵਿੱਚ ਰਹਿ ਕੇ ਦੂਜਿਆਂ ਲਈ ਸੁੱਖ ਮੰਗਣਾ ਅਤੇ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਹੀ ਬੰਦੇ ਦੇ ਅਸਲੀ ਗੁਣ ਹਨ। ਇਸ ਲਈ ਮੇਰੀ ਸਾਰੇ ਬਜ਼ੁਰਗਾਂ, ਭੈਣਾਂ, ਭਰਾਵਾਂ ਨੂੰ ਬੇਨਤੀ ਹੈ ਕਿ ਸਹਿਜ ਸੁਭਾਅ ਵਿੱਚ ਰਹਿ ਕੇ ਆਪਣੇ ਅਤੇ ਆਪਣੇ ਆਲੇ ਦੁਆਲੇ ਨੂੰ ਸੁਖਮਈ ਬਣਾਓ ਅਤੇ ਸਭਨਾਂ ਦੀਆਂ
ਖੁਸ਼ੀਆਂ ਪਾਵੋ ਡੰਡੀ। ਤੁਹਾਡਾ ਸਹਿਜ ਸੁਭਾਅ ਹੀ ਤੁਹਾਨੂੰ ਸਭ ਦਾ ਹਰਮਨ ਪਿਆਰਾ ਬਣਾ ਦੇਵੇਗਾ ਡੰਡੀ। ਕਾਂਗਰਸ ਦੇ 23 ਨੇਤਾਵਾਂ ਨੇ ਪਿਛਲੇ ਸਾਲ ਅਗਸਤ ਵਿੱਚ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ ਅਤੇ ਪਾਰਟੀ ਦੇ ਹਰ ਅਹੁਦੇ ਲਈ ਚੋਣਾਂ ਕਰਵਾਉਣ ਦੀ ਮੰਗ ਕੀਤੀ ਸੀ ਡੰਡੀ। ਇਸ ਚਿੱਠੀ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀਆਂ ਘੱਟੋ ਘੱਟ 2 ਬੈਠਕਾਂ ਵਿੱਚ ਇਸ ਬਾਰੇ ਚਰਚਾ ਹੋਈ ਅਤੇ ਜੂਨ ਤੱਕ ਕਾਂਗਰਸ ਪ੍ਰਧਾਨ ਦੀਆਂ ਚੋਣਾਂ ਕਰਵਾਉਣ ਦਾ ਫੈਸਲਾ ਹੋਇਆ ਡੰਡੀ। ਇਸ ਦਰਮਿਆਨ ਕਾਂਗਰਸ ਲੀਡਰਸ਼ਿਪ ਨੇ G23 ਦੇ ਨਾਲ ਨਾਲ ਮਸ਼ਹੂਰ ਹੋਏ ਕਾਂਗਰਸੀ ਨੇਤਾਵਾਂ ਵਿੱਚ ਫੁੱਟ ਪਾਉਣ ਦਾ ਸਿਲਸਿਲਾ ਵਧਾ ਦਿੱਤਾ ਡੰਡੀ। ਇਹੋ ਕਾਰਨ ਹੈ ਕਿ G23 ਹੁਣ G7 ਰਹਿ ਗਿਆ ਹੈ ਡੰਡੀ। ਦੂਜਾ, ਇਹਨਾਂ ਦਾ ਨਾਂ ਹੁਣ ਜੰਮੂ ਗਰੁੱਪ ਹੋ ਗਿਆ ਹੈ ਕਿਉਂਕਿ ਇਹਨਾਂ ਨੇ ਗੁਲਾਮ ਨਬੀ ਆਜ਼ਾਦ ਦੇ ਸਵਾਗਤ ਸਮਾਰੋਹ ਦੇ ਬਹਾਨੇ ਜੰਮੂ ਜਾ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਡੰਡੀ। ਪਿਛਲੇ ਸਾਲ ਕਾਂਗਰਸ ਪ੍ਰਧਾਨ ਨੂੰ ਚਿੱਠੀ ਲਿਖਣ ਵਾਲੇ ਜ਼ਿਆਦਾਤਰ ਨੇਤਾ ਇਸ ਸਮੂਹ ਤੋਂ ਦੂਰ ਹੋ ਗਏ ਹਨ ਡੰਡੀ। ਕਈ ਨੇਤਾਵਾਂ ਨੂੰ ਪਾਰਟੀ ਨੇ ਅਹਿਮ ਜ਼ਿੰਮੇਵਾਰੀ ਦੇ ਕੇ ਕੰਮ ਵਿੱਚ ਲਗਾ ਦਿੱਤਾ ਹੈ ਡੰਡੀ। ਕੁੱਲ ਮਿਲਾ ਕੇ ਚਿੱਠੀ ਲਿਖਣ ਵਾਲੇ 23 ਲੋਕਾਂ ਵਿੱਚੋਂ ਹੁਣ ਇਕੱਲੇ 6-7 ਲੋਕ ਹੀ ਰਹਿ ਗਏ ਹਨ ਡੰਡੀ। ਜੰਮੂ ਵਿੱਚ ਵੀ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਕਪਿਲ ਸਿੱਬਲ, ਮਨੀਸ਼ ਤਿਵਾੜੀ, ਭੁਪਿੰਦਰ ਸਿੰਘ ਹੁੱਡਾ ਅਤੇ ਵਿਵੇਕ ਤਨਖਾ ਹੀ ਦਿਖੇ ਡੰਡੀ। ਪੈਰਾ ਭਾਰਤ ਪ੍ਰਤੀ ਚੀਨ ਨੇ ਆਪਣਾ ਦੁਸ਼ਮਣੀ ਵਾਲਾ ਰਵੱਈਆ ਖੋਲ੍ਹ ਕੇ ਦਿਖਾਇਆ ਡੰਡੀ। ਪਿਛਲੇ ਸਾਲ 15 ਜੂਨ ਨੂੰ ਗਲਵਾਨ ਘਾਟੀ ਵਿੱਚ ਦੋਵਾਂ ਦੇਸ਼ਾਂ ਦੇ ਫੌਜੀਆਂ ਦਰਮਿਆਨ ਖੂਨੀ ਝੜਪ ਹੋਈ ਜਿਸ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਡੰਡੀ। ਪਿਛਲੇ ਸਾਲ ਅਮਰੀਕਾ ਦੇ ਤਤਕਾਲੀ ਵਿਦੇਸ਼ ਮੰਤਰੀ ਮਾਈਕਾ ਪੋਂਪੀਓ ਨੇ ਇਸ ਮਾਮਲੇ ਸੰਬੰਧੀ ਕਈ ਵਾਰ ਚੀਨ ਦੀ ਆਲੋਚਨਾ ਕੀਤੀ ਡੰਡੀ। ਚੀਨ ਇੰਨਾ ਨਾਰਾਜ਼ ਹੋਇਆ ਕਿ ਉਸਨੇ ਟਰੰਪ ਦੇ ਹਾਰਨ ਤੋਂ ਬਾਅਦ ਪੋਂਪੀਓ 'ਤੇ ਪਾਬੰਦੀ ਲਗਾ ਦਿੱਤੀ, ਪਰ ਭਾਰਤ ਕੋਈ ਅਜਿਹੀ ਗੱਲ ਨਹੀਂ ਕਰ ਰਿਹਾ ਜੋ ਚੀਨ ਨੂੰ ਕੌੜੀ ਲੱਗੇ ਡੰਡੀ। ਸਗੋਂ ਭਾਰਤ ਚੀਨ ਦੀਆਂ ਗੱਲਾਂ ਦਾ ਸਮਰਥਨ ਕਰ ਰਿਹਾ ਹੈ ਡੰਡੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਭਾਰਤ ਦੀ ਸਰਹੱਦ ਅੰਦਰ ਕੋਈ ਵੀ ਦਾਖਲ ਨਹੀਂ ਹੋਇਆ ਡੰਡੀ। ਚੀਨ ਨੇ ਤੁਰੰਤ ਇਸ ਗੱਲ ਦਾ ਪ੍ਰਚਾਰ ਕੀਤਾ ਡੰਡੀ। ਹੁਣ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ ਚੀਨ ਨੇ ਭਾਰਤ ਦੇ ਸਾਈਬਰ ਹਮਲਾ ਕਰਕੇ ਮੁੰਬਈ ਦੀ ਬਿਜਲੀ ਬੰਦ ਕਰ ਦਿੱਤੀ ਸੀ ਡੰਡੀ। ਇਸ ਵਾਰ ਵੀ ਅਮਰੀਕਾ ਦੇ ਨੇਤਾ ਭਾਰਤ ਦੀ ਪਿੱਠ 'ਤੇ ਖੜ੍ਹੇ ਹਨ ਅਤੇ ਚੀਨ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ, ਪਰ ਭਾਰਤ ਨੇ ਚੀਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਡੰਡੀ। ਕੇਂਦਰੀ ਊਰਜਾ ਮੰਤਰੀ RK ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਮੁੰਬਈ ਵਿੱਚ ਬਿਜਲੀ ਤਕਨੀਕੀ ਖਰਾਬੀ ਕਾਰਨ ਬੰਦ ਹੋਈ ਸੀ। ਉਹ ਕੋਈ ਸਾਈਬਰ ਹਮਲਾ ਨਹੀਂ ਸੀ ਡੰਡੀ। ਸੋਚਣ ਵਾਲੀ ਗੱਲ ਇਹ ਹੈ ਕਿ ਅਜਿਹੀ ਕੀ ਮਜਬੂਰੀ ਹੈ ਕਿ ਭਾਰਤ ਚੀਨ ਨੂੰ ਕਲੀਨ ਚਿੱਟ ਦੇ ਰਿਹਾ ਹੈ ਡੰਡੀ।
ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੱਡੀ ਗਿਣਤੀ ਵਿੱਚ ਫਿਲਮੀ ਅਤੇ ਕ੍ਰਿਕਟ ਸਿਤਾਰਿਆਂ ਨੂੰ ਪਾਰਟੀ ਵਿੱਚ ਭਰਤੀ ਕੀਤਾ ਹੈ। ਡੰਡੀ ਦੱਸਿਆ ਜਾ ਰਿਹਾ ਹੈ ਕਿ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਟਿਕਟ ਦੇਣ ਦੀ ਬਜਾਏ ਭਾਜਪਾ ਨੇ ਹੁਣ ਤੱਕ ਰਾਜਨੀਤੀ ਤੋਂ ਦੂਰ ਰਹੇ ਸਿਤਾਰਿਆਂ ਨੂੰ ਟਿਕਟ ਦੇਣ ਦੀ ਰਣਨੀਤੀ ਅਪਣਾਈ ਹੈ। ਡੰਡੀ ਹਾਲਾਂਕਿ ਇਸ ਦੀ ਸ਼ੁਰੂਆਤ ਮਮਤਾ ਬੈਨਰਜੀ ਨੇ ਕੀਤੀ ਸੀ। ਡੰਡੀ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਵੀ ਸਿਤਾਰਿਆਂ ਨੂੰ ਟਿਕਟਾਂ ਦੇਣ ਦੀ ਤਿਆਰੀ ਕੀਤੀ ਹੈ। ਹਾਲਾਂਕਿ ਭਾਜਪਾ ਦੀ ਇਸ ਰਣਨੀਤੀ ਤੋਂ ਉਸ ਦੇ ਕਈ ਸਥਾਨਕ ਨੇਤਾ ਪਰੇਸ਼ਾਨ ਹਨ। ਡੰਡੀ ਪਿਛਲੇ ਦਿਨੀਂ ਸਾਬਕਾ ਕ੍ਰਿਕਟਰ ਅਸ਼ੋਕ ਢਿੰਡਾ ਭਾਜਪਾ ਵਿੱਚ ਸ਼ਾਮਲ ਹੋਏ। ਇਸੇ ਤਰ੍ਹਾਂ ਬੰਗਲਾ ਫਿਲਮਾਂ ਦੀ ਅਦਾਕਾਰ ਪਾਪੀਆ ਅਧਿਕਾਰੀ ਪਾਇਲ ਸਰਕਾਰ ਮੀਨਾਕਸ਼ੀ ਘੋਸ਼ ਮਲਕਾ ਬੈਨਰਜੀ ਹਿਰਨ ਚੈਟਰਜੀ ਆਦਿ ਵੀ ਭਾਜਪਾ ਵਿੱਚ ਸ਼ਾਮਲ ਹੋਏ। ਡੰਡੀ ਇਹਨਾਂ ਵਿੱਚ ਕਈ ਸਿਤਾਰਿਆਂ ਨੂੰ ਪਾਰਟੀ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਦੇਵੇਗੀ। ਡੰਡੀ ਪਾਰਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਰਾਜ ਵਿੱਚ ਆਪਣਾ ਵੱਖਰਾ ਅਕਸ ਬਣਾਉਣਾ ਚਾਹੁੰਦੇ ਹਨ। ਡੰਡੀ ਉਹ ਇਹ ਵੀ ਚਾਹੁੰਦੇ ਹਨ ਕਿ ਸੂਬੇ ਦਾ ਪ੍ਰਧਾਨ ਅਤੇ ਇੰਚਾਰਜ ਉਹਨਾਂ ਦੀ ਪਸੰਦ ਦਾ ਹੋਵੇ। ਡੰਡੀ ਉਹ ਕਾਂਗਰਸ ਦੇ ਨਵੇਂ ਇੰਚਾਰਜ ਵਿਵੇਕ ਬਾਂਸਲ ਤੋਂ ਖੁਸ਼ ਨਹੀਂ ਹਨ ਅਤੇ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਨਾਲ ਉਹਨਾਂ ਦਾ ਤਾਲਮੇਲ ਨਹੀਂ ਬਣ ਰਿਹਾ। ਡੰਡੀ ਉਹਨਾਂ ਨੇ ਕਾਂਗਰਸ ਦੇ ਅਸੰਤੁਸ਼ਟ ਆਗੂਆਂ ਦੀ ਰਾਜਨੀਤੀ ਵਿੱਚ ਸ਼ਾਮਲ ਹੋ ਕੇ ਇਹ ਸੰਦੇਸ਼ ਦਿੱਤਾ ਹੈ ਕਿ ਉਹਨਾਂ ਦੀ ਗੱਲ ਨੂੰ ਗੰਭੀਰਤਾ ਨਾਲ ਲਿਆ ਜਾਵੇ, ਨਹੀਂ ਤਾਂ ਉਹ ਹੋਰ ਰਸਤਾ ਫੜਨਗੇ। ਡੰਡੀ ਹੁੱਡਾ ਨੂੰ ਉਸੇ ਤਰ੍ਹਾਂ ਦੀ ਆਜ਼ਾਦੀ ਚਾਹੀਦੀ ਹੈ ਜਿਸ ਤਰ੍ਹਾਂ ਦੀਆਂ ਆਜ਼ਾਦੀ ਕਾਂਗਰਸ ਲੀਡਰਸ਼ਿਪ ਨੇ ਆਪਣੇ 3 ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ, ਅਸ਼ੋਕ ਗਹਿਲੋਤ ਅਤੇ ਭੁਪੇਸ਼ ਬਘੇਲ ਨੂੰ ਦਿੱਤੀ ਹੈ। ਡੰਡੀ ਉਂਝ ਹੁੱਡਾ ਦੀ ਹੋਰ ਰਸਤਾ ਫੜ ਲੈਣ ਦੀ ਗੱਲ ਵੀ ਬਹੁਤ ਪੁਰਾਣੀ ਹੈ। ਡੰਡੀ ਇਸ ਨਾਲ ਉਹਨਾਂ ਨੂੰ ਪਹਿਲਾ ਫਾਇਦਾ ਇਹ ਹੈ ਕਿ ਉਹ ਆਪਣੀ ਪਾਰਟੀ ਲੀਡਰਸ਼ਿਪ 'ਤੇ ਦਬਾਅ ਬਣਾ ਕੇ ਰੱਖਦੇ ਹਨ। ਡੰਡੀ ਦੂਜਾ ਇਹ ਕਿ ਇਸ ਤਰ੍ਹਾਂ ਕਹਿਣ ਵਾਲੇ ਭਾਜਪਾ ਦੇ ਨੇਤਾ ਵੀ ਉਹਨਾਂ ਤੋਂ ਖੁਸ਼ ਰਹਿੰਦੇ ਹਨ। ਡੰਡੀ ਇਸ ਤਰ੍ਹਾਂ ਹੁੱਡਾ ਅਜੇ ਤੱਕ CBI ਆਮਦਨ ਟੈਕਸ ਵਿਭਾਗ ਅਤੇ ED ਆਦਿ ਤੋਂ ਬਚੇ ਹੋਏ ਹਨ। ਡੰਡੀ ਪਿਛਲੇ ਦਿਨੀਂ ਹੀ ਪੰਚਕੂਲਾ ਵਿੱਚ ਜ਼ਮੀਨ ਵੰਡ ਮਾਮਲੇ ਵਿੱਚ ਉਹਨਾਂ ਖਿਲਾਫ ਦੋਸ਼ ਪੱਤਰ ਦਾਖਲ ਹੋਇਆ ਹੈ, ਜਿਸ ਤੋਂ ਬਾਅਦ ਕਾਂਗਰਸ ਦੇ ਬਾਗੀਆਂ ਨਾਲ ਉਹਨਾਂ ਦੀ ਸਰਗਰਮੀ ਵੱਧ ਗਈ ਹੈ। ਡੰਡੀ ਭਰਾ ਅਸਾਮ ਵਿੱਚ 27 ਮਾਰਚ ਨੂੰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਹੋਣੀ ਹੈ। ਉਸ ਤੋਂ ਪਹਿਲਾਂ ਸੂਬੇ ਦੀ ਰਾਜਨੀਤੀ ਤੇਜ਼ੀ ਨਾਲ ਬਦਲ ਰਹੀ ਹੈ। ਡੰਡੀ ਬੋਡੋਲੈਂਡ ਪੀਪਲਜ਼ ਫਰੰਟ ਦੇ NDA ਛੱਡ ਕੇ ਕਾਂਗਰਸ ਗੱਠਜੋੜ ਵਿੱਚ ਸ਼ਾਮਲ ਹੋਣ ਨਾਲ ਵੱਡਾ ਬਦਲਾਅ ਆਇਆ ਹੈ। ਡੰਡੀ ਕਾਂਗਰਸ ਦੇ ਬਰੂਉਦਦੀਨ ਅਜਮਲ ਦੀ ਪਾਰਟੀ ਆਲ ਇੰਡੀਆ UDF ਨਾਲ ਤਾਲਮੇਲ ਕੀਤਾ ਹੈ ਅਤੇ CPI CPM ਅਤੇ CPIML ਨੂੰ ਵੀ ਜੋੜਿਆ ਹੈ। ਡੰਡੀ ਇਸ ਤੋਂ ਇਲਾਵਾ ਇੱਕ ਖੇਤਰੀ ਪਾਰਟੀ ਨਾਲ ਵੀ ਗੱਠਜੋੜ ਹੈ। ਡੰਡੀ ਇਸ ਦੇ ਬਾਵਜੂਦ
ਭਾਜਪਾ ਗੱਠਜੋੜ ਨਾਲ ਕਾਂਗਰਸ ਦਾ ਸਿੱਧਾ ਮੁਕਾਬਲਾ ਨਹੀਂ ਬਣ ਰਿਹਾ ਡੰਡੀ, ਪਰ ਬੋਡੋਲੈਂਡ ਪੀਪਲਜ਼ ਪਾਰਟੀ ਦੇ ਕਾਂਗਰਸ ਗੱਠਜੋੜ ਵਿੱਚ ਆਉਂਦਿਆਂ ਹੀ ਮਾਹੌਲ ਬਦਲ ਗਿਆ ਹੈ ਡੰਡੀ। ਕਾਂਗਰਸ ਅਤੇ ਅਜਮਲ ਦੇ ਹੱਥ ਮਿਲਾਉਣ ਨਾਲ ਉਹਨਾਂ ਦੀ ਤਾਕਤ ਵਧੇਗੀ। ਦੂਜਾ ਫਾਇਦਾ ਇਹ ਹੈ ਕਿ ਅਜਮਲ ਨਾਲ ਗੱਠਜੋੜ ਕਰਨ ਨਾਲ ਮੁਸਲਿਮ ਰਾਜਨੀਤੀ ਕਰਨ ਦਾ ਜੋ ਠੱਪਾ ਕਾਂਗਰਸ 'ਤੇ ਲੱਗਾ ਹੈ ਉਹ ਕਾਫੀ ਹੱਦ ਤੱਕ ਦੂਰ ਹੋਵੇਗਾ, ਕਿਉਂਕਿ BPF ਦੇ ਨੇਤਾ ਮੋਲੇ ਲਾਰੀ ਦਾ ਅਕਸ ਕੱਟੜਪੰਥੀ ਨੇਤਾ ਦਾ ਹੈ ਅਤੇ ਉਹ ਘੁਸਪੈਠੀਆਂ ਦੇ ਵਿਰੋਧੀ ਮੰਨੇ ਜਾਂਦੇ ਹਨ ਡੰਡੀ। ਲੜਾਈ ਹੁਣ ਤਿਕੋਣੀ ਹੋ ਗਈ ਹੈ ਡੰਡੀ। ਦੇਸ਼ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਸਰਕਾਰ ਵੱਲੋਂ ਕੋਈ ਵੀ ਕੰਟਰੋਲ ਨਾ ਹੋਣ ਕਾਰਨ ਅੱਜ ਆਮ ਇਨਸਾਨ ਬੁਰੀ ਤਰ੍ਹਾਂ ਪਰੇਸ਼ਾਨ ਹੈ ਡੰਡੀ। ਆਮ ਖਾਣ ਪੀਣ ਵਾਲੀਆਂ ਵਸਤਾਂ ਦੇ ਭਾਅ ਦਿਨੋਂ ਦਿਨ ਅਸਮਾਨ ਛੂਹ ਰਹੇ ਹਨ, ਜਿਸ ਕਾਰਨ ਆਮ ਇਨਸਾਨ ਦਾ 2 ਵਕਤ ਦੀ ਰੋਟੀ ਖਾਣਾ ਵੀ ਮੁਸ਼ਕਲ ਹੋ ਗਿਆ ਹੈ ਡੰਡੀ। ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਨਾਲ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵੱਧਦੀਆਂ ਕੀਮਤਾਂ ਨੇ ਆਮ ਆਦਮੀ ਨੂੰ ਆਰਥਿਕ ਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰ ਰੱਖਿਆ ਹੈ, ਜਿਸ ਨਾਲ ਆਮ ਲੋਕਾਂ ਦਾ ਘਰੇਲੂ ਬਜਟ ਬੁਰੀ ਤਰ੍ਹਾਂ ਲੜਖੜਾ ਗਿਆ ਹੈ। ਦਿਨੋਂ ਦਿਨ ਕੀਮਤਾਂ ਦਾ ਇਸ ਪ੍ਰਕਾਰ ਵੱਧ ਜਾਣਾ ਦੇਸ਼ ਦੇ ਮੱਧ ਵਰਗੀ ਅਤੇ ਗਰੀਬ ਪਰਿਵਾਰਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਹੈ ਡੰਡੀ। ਸਰਕਾਰ ਨੂੰ ਚਾਹੀਦਾ ਹੈ ਕਿ ਆਮ ਜਨਤਾ ਨੂੰ ਖਾਣ ਪੀਣ ਦੀਆਂ ਵਸਤਾਂ ਸਹੀ ਰੇਟਾਂ 'ਤੇ ਉਪਲਬਧ ਕਰਵਾਉਣ ਤਾਂ ਜੋ ਆਮ ਇਨਸਾਨ ਸੁੱਖ ਚੈਨ ਨਾਲ 2 ਵਕਤ ਦੀ ਰੋਟੀ ਖਾ ਸਕੇ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਡੰਡੀ। ਪਾਰਾ ਮੈਨੂੰ ਯਾਦ ਹੈ ਮੈਂ ਬਹੁਤ ਨਿੱਕੀ ਸੀ ਜਦੋਂ ਮੈਂ ਇਹ ਸੋਚਿਆ ਸੀ ਕਿ ਮੈਂ TV ਉੱਤੇ ਆਉਣਾ ਹੈ। ਮੈਨੂੰ ਬਚਪਨ ਤੋਂ ਹੀ ਫਿਲਮ ਦੇ ਸੰਵਾਦ ਬੋਲਣ ਵਿੱਚ ਬਹੁਤ ਰੁਚੀ ਸੀ ਡੰਡੀ। ਮੈਂ ਇਸ ਰੁਚੀ ਨੂੰ ਦੇਖਦੇ ਹੋਏ ਇਹ ਸੁਪਨਾ ਸੋਚਿਆ ਮੈਂ ਐਕਟਰੈਸ ਬਣਾਂਗੀ। ਇਸ ਸੁਪਨੇ ਨੂੰ ਪੂਰਾ ਕਰਨ ਲਈ ਆਪਣਾ ਮਨ ਬਣਾ ਲਿਆ। ਮੈਂ ਹਰ ਰੋਜ਼ ਘੱਟੋ ਘੱਟ ਅੱਧਾ ਘੰਟਾ ਰਿਹਰਸਲ ਕਰਾਂਗੀ ਡੰਡੀ। ਜਦੋਂ ਮੈਂ ਰਿਹਰਸਲ ਦਾ ਦਿਨ ਆਉਣਾ, ਮੇਰਾ ਮਨ ਬੇਈਮਾਨ ਹੋ ਜਾਣਾ। ਮੇਰੇ ਦਿਮਾਗ ਵਿੱਚ ਇਹ ਖਿਆਲ ਆਉਣਾ ਕਿ ਕੱਲ੍ਹ ਤੋਂ ਸ਼ੁਰੂ ਕਰ ਲਵਾਂਗੀ। ਮੇਰੇ ਕੋਲ ਇਸ ਸੁਪਨੇ ਨੂੰ ਪੂਰਾ ਕਰਨ ਲਈ ਅਜੇ ਬਹੁਤ ਸਮਾਂ ਹੈ ਡੰਡੀ। ਉਹ ਕੱਲ੍ਹ ਮੇਰੀ ਕਦੇ ਨਾ ਆਈ ਡੰਡੀ। ਮੈਂ ਆਪਣੀ ਉਚੇਰੀ ਪੜ੍ਹਾਈ ਕਰਦੇ ਸਮੇਂ ਵੀ ਬਹੁਤ ਸਾਰੇ ਮੌਕਿਆਂ ਨੂੰ ਹੱਥੋਂ ਇਸ ਕਰਕੇ ਗਵਾ ਲਿਆ ਕਿ ਇਸ ਕੰਮ ਨੂੰ ਕੱਲ੍ਹ ਤੋਂ ਸ਼ੁਰੂ ਕਰਾਂਗੀ ਡੰਡੀ। ਮੇਰਾ ਅੱਜ ਮੇਰੇ ਸਾਥੀਆਂ ਤੋਂ ਇੱਕਦਮ ਪਿੱਛੇ ਰਹਿਣ ਦਾ ਵੀ ਇਹੀ ਮੁੱਖ ਕਾਰਨ ਹੈ। ਮੈਂ ਉਸ ਸਮੇਂ ਆਪਣੇ ਮਨ ਨੂੰ ਨਹੀਂ ਟਿਕਾਇਆ ਡੰਡੀ। ਆਪਣੇ ਮਿੱਥੇ ਗਏ ਟੀਚੇ ਨੂੰ ਮੁਕੰਮਲ ਕਰਨ ਲਈ ਦ੍ਰਿੜਤਾ ਅਤੇ ਮਿਹਨਤ ਨਹੀਂ ਕੀਤੀ, ਜਿਸ ਦੇ ਨਤੀਜੇ ਅੱਜ ਮੈਂ ਸਾਹਮਣਿਓਂ ਖੁੰਝੇ ਅਤੇ ਵਕਤਾਂ ਮਾਰੇ ਲੋਕਾਂ ਦੀ ਦੌੜ ਦੇ ਵਿੱਚ ਸ਼ਾਮਲ ਹਾਂ ਡੰਡੀ। ਅਨੇਕਾਂ
ਦੁਸ਼ਵਾਰੀਆਂ ਤੇ ਰੁਕਾਵਟਾਂ ਦੇ ਬਾਵਜੂਦ ਔਰਤਾਂ ਨੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਆਪਣੀ ਵਿਲੱਖਣ ਮੋਹਰ ਛਾਪ ਲਾ ਕੇ ਸਮਾਜ ਨੂੰ ਹੈਰਾਨ ਕਰ ਦਿੱਤਾ ਹੈ। ਡੰਡੀ ਅਜੋਕੇ ਕਿਸਾਨ ਸੰਘਰਸ਼ ਵਿੱਚ ਔਰਤਾਂ ਦੀ ਭਰਵੀਂ ਸ਼ਮੂਲੀਅਤ ਨੇ ਇਤਿਹਾਸ ਸਿਰਜ ਦਿੱਤਾ ਹੈ। ਡੰਡੀ ਟਰੈਕਟਰ ਚਲਾ ਕੇ ਮੋਰਚੇ ਵਿੱਚ ਸ਼ਾਮਲ ਹੁੰਦੀਆਂ, ਹੱਥਾਂ ਵਿੱਚ ਝੰਡੇ ਫੜੀ ਨਾਅਰੇ ਲਾਉਂਦੀਆਂ, ਸਟੇਜਾਂ 'ਤੇ ਬੇਬਾਕੀ ਨਾਲ ਹਕੂਮਤ ਨੂੰ ਵੰਗਾਰਦੀਆਂ ਮੁਟਿਆਰਾਂ, ਔਰਤਾਂ ਤੇ ਬਜ਼ੁਰਗ ਦਾਦੀਆਂ ਦੇ ਹੌਸਲੇ ਤੇ ਹਿੰਮਤ ਨੂੰ ਦੇਖ ਕੇ ਪੂਰੀ ਦੁਨੀਆ ਸ਼ਲਾਘਾ ਕਰ ਰਹੀ ਹੈ। ਡੰਡੀ ਔਰਤ ਨੂੰ ਬੇਇੱਜ਼ਤ ਤੇ ਪੀੜਤ ਕਰਕੇ ਕੋਈ ਸਮਾਜ ਵੀ ਖੁਸ਼ਹਾਲ ਤੇ ਸੂਝਵਾਨ ਹੋਣ ਦਾ ਪ੍ਰਗਟਾਵਾ ਨਹੀਂ ਕਰ ਸਕਦਾ। ਡੰਡੀ ਵਿਸ਼ੇਸ਼ ਤੌਰ 'ਤੇ ਔਰਤਾਂ ਨਾਲ ਜੁੜੇ ਜੁਰਮਾਂ ਦਾ ਗ੍ਰਾਫ ਲਗਾਤਾਰ ਵਧਣਾ ਸਮਾਜ ਲਈ ਖਤਰੇ ਦੀ ਘੰਟੀ ਹੈ। ਡੰਡੀ ਸੋਚਣ ਵਾਲੀ ਗੱਲ ਇਹ ਹੈ ਕਿ ਨਾ ਤਾਂ ਜੁਰਮ ਕਰਨ ਵਾਲੇ ਕਿਸੇ ਹੋਰ ਧਰਤੀ ਤੋਂ ਆਉਂਦੇ ਹਨ ਅਤੇ ਨਾ ਹੀ ਇਹਨਾਂ ਨੂੰ ਰੋਕਣ ਲਈ ਕਿਸੇ ਨੇ ਬਾਹਰੋਂ ਆਉਣਾ ਹੈ। ਡੰਡੀ ਸਮਾਜ ਦੇ ਸਿਆਣਿਆਂ ਲਈ ਇਹ ਗੰਭੀਰਤਾ ਨਾਲ ਵਿਚਾਰਨ ਦਾ ਪ੍ਰਸ਼ਨ ਹੈ। ਡੰਡੀ ਅਜੋਕੀ ਔਰਤ ਨੇ ਆਪਣੀ ਮਿਹਨਤ, ਸੂਝ ਤੇ ਦ੍ਰਿੜਤਾ ਨਾਲ ਉੱਚੀਆਂ ਮੰਜ਼ਿਲਾਂ ਹਾਸਲ ਕਰਕੇ ਨਾਮਣਾ ਖੱਟਿਆ ਹੈ। ਡੰਡੀ ਇਸ ਲਈ ਅਜਿਹਾ ਵਾਤਾਵਰਨ ਸਿਰਜਣ ਦੀ ਲੋੜ ਹੈ ਜਿਸ ਵਿੱਚ ਕੁੜੀਆਂ, ਔਰਤਾਂ ਨਿਰਭੈ ਹੋ ਕੇ ਵਿਚਰ ਸਕਣ ਤੇ ਹੋਰ ਵੱਡੀਆਂ ਪ੍ਰਾਪਤੀਆਂ ਕਰ ਸਕਣ। ਡੰਡੀ।